जिड्डा तेरा कद तेरे वर्गी कुड़ी तां चलदे जहाज नूं कहंदी तू तां दुबई जाना है जिड्डा तेरा कद तेरे हत्थों तो बच्चा डिग के फौत हो जे कमली तेरे वर्गी कुड़ी तां लंघदी नाल दे घर कहंदी की पकाउण डए ओ है। अस्सलाम वालेकुम नाज़रीन, डेली सरजमीन के प्रोग्राम बदतमीजियां में आप सबका वेलकम। और आज हमारे साथ स्टूडियोज में एक ऐसे नई मौजूद हैं जो एक घर से खाने का ऑर्डर लेने गए जब तो गांव वालों ने मिलकर उन्हें बहुत बुरी तरह पीटा। और उनका नाम है नज्जा नाई। अस्सलाम वालेकुम, कैसे हैं आप? वालेकुम सलाम, की हाल है? हाँ जी अल्हम्दुलिल्लाह। सब तो पहले तो ए दसो ए नज्जा नाई ए की ना होया? ਇਹ ਨੱਜਾ ਜੀ ਮੇਰੇ ਮਾਪਿਓ ਨੇ ਨਾਮ ਰੱਖਿਆ ਸੀ ਨੱਜਾ। अच्छा ਤਾਂ ਨਾਈਆਂ ਦਾ ਮੈਂ ਕੰਮ ਕਰਨਾ अच्छा ਤਾਂ ਫਿਰ ਰੀਮਿਕਸ ਹੋ ਗਿਆ ਨੱਜਾ ਨਾਈ। ठीक है। ਕੀ ਸਮਝਦੇ ए ਹੋ? नज्जे का मतलब की है ए पूछना चाहती ਕਾਕੀ ਮੈਨੂੰ ਦਫਾ ਕਰਾ ਤੂੰ ਗੂਗਲ ਤੇ ਸਰਚ ਕਰ ਲੈ। ਮੇਰੇ ਨਾਲ ਟ੍ਰੈਜੇਡੀ ਹੋਈ ਆ, ਮੈਂ ਪਰੇਸ਼ਾਨ ਆ ਬਈ ਨੱਜੇ ਦਾ ਕੀ ਮਤਲਬ ਵੀ ਨੱਜਾ ਆਮ ਨਾਵਾਂ ਵਰਗਾ ਨਾਮ ਆ ਨੱਜਾ। नहीं ऐसे कभी सुनिया नहीं सी ना, इसलिए मैं पूछया तो। ਕਾਕੀ ਤੂੰ ਕੋ ਘਰੋਂ ਨਿਕਲੇ ਤਾਂ ਕੋਈ ਗੱਲ ਸੁਣੇ। ਤੁਸੀਂ ਸੌਖੇ ਲੋਕ ਗੱਡੀਆਂ ਵਾਲੇ ਹਾਰਨ ਦਿੱਤਾ ਸਿੱਧੇ ਅੰਦਰ ਅਜਾ ਕਦੀ ਕੱਚੀਆਂ ਬਾਦੀਆਂ ਜਦੋਂ ਨੂੰ ਪਤਾ ਲੱਗੇ ਉੱਥੇ ਨਾਂ ਬਗਾੜੇ ਹੁੰਦੇ ਆ। अच्छा ਮੁੰਡਿਆਂ ਨੇ ਨਾ ਆਪਣੇ ਨਾਲ ਐਕਟਰ ਆ ਕੇ ਰੱਖੇ ਹੁੰਦੇ ਆ। अच्छा ਨਾਂ ਰੱਖਿਆ ਹੁੰਦਾ ਗੋਵਿੰਦਾ ਸ਼ਾਨ, ਫਿਰ ਆਵਾਜ਼ਾਂ ਵੀ ਮਾਰਦੇ ਆ ਗੋਵਿੰਦੋ। ਤੇ ਤੁਹਾਡਾ ਨਾਂ ਕੀ ਸੀ ਜਿਹੜਾ ਨੱਜਾ ਤੇ ਆਏ ਹੋ ਤੁਸੀਂ? ਇਹ ਨੱਜਾ ਨਾਈਆਂ ਦਾ ਸਾਡਾ ਕੰਮ ਆ, ਸਾਡੀ ਪਿੰਡ 'ਚ ਮਸ਼ਹੂਰ ਦੁਕਾਨ ਆ। ਅੱਛਾ ਮੈਂ ਗਿਆ ਸੀ ਜੀ ਆਪਣਾ ਇੱਕ ਆਰਡਰ ਪਕਾਉਣ ਵਾਸਤੇ। ਠੀਕ ਹੈ। ਪਕਾਉਣ ਵਾਸਤੇ ਜਾਂ ਲਖਵਾਉਣ ਵਾਸਤੇ? ਵੀ ਲਿਖਵਾ ਕੇ ਤਾਂ ਪਕਾਉਣਾ ਹੀ ਸੀ। ਅੱਛਾ ਠੀਕ ਹੈ। ਪਕਾਉਣ ਲੱਗੇ ਆਰਡਰ ਤਾਂ ਜ਼ਿੰਦਗੀ 'ਚ ਹਜ਼ਾਰਾਂ ਆਰਡਰ ਤਾਂ ਪਕਾਏ ਆ। ਠੀਕ ਹੈ। ਕੀ ਸਮਝਦੇ ਹੋ? ਮੈਂ ਇੱਕ ਜੰਜ ਤੇ ਗਿਆ ਤਾਂ ਉੱਥੇ ਨਾ ਬਿਰਿਆਨੀ 'ਚ ਮੇਰੇ ਕੋਲ ਲੂਣ ਬਹੁਤ ਪੈ ਗਿਆ। ਅੱਛਾ ਉਹ ਘਰ ਵਾਲਾ ਇੱਕ ਮਹਿਮਾਨ ਨੂੰ ਕਹਿਣ ਲੱਗਾ ਕਿ ਮੇਰਾ ਜੀ ਵਲੀਮੇ ਤੇ 4 ਲੱਖ ਰੁਪਈਆ ਲੱਗ ਗਿਆ। ਘਰ ਵਾਲਾ ਕਹਿੰਦਾ ਭਾਈ ਲੱਗ ਗਿਆ ਹੋਊ, 3.5 ਲੱਖ ਦਾ ਤੇ ਤੂੰ ਲੂਣ ਪਵਾ ਲਿਆ। ਇਹਨਾਂ ਘਰਾਂ ਵਾਲਿਆਂ ਦੀ ਵੀ ਗਲਤੀ ਹੁੰਦੀ ਆ। ਅੱਛਾ ਇੱਕ ਮੈਂ ਘਰ 'ਚ ਗਿਆ ਤਾਂ ਕਸਟਰਡ ਬਣਾਉਣਾ ਸੀ। ਹਾਂਜੀ ਮੈਂ ਕਸਟਰਡ ਬਣਾਇਆ, ਕੋਰਮਾ ਬਣਾਇਆ ਹਾਂਜੀ ਤੇ ਘਰ ਵਾਲਿਆਂ ਨੂੰ ਮੈਂ ਵਾਰ-ਵਾਰ ਆਖਿਆ, ਮੈਂ ਕਿਹਾ ਕੁੜੇ ਮੇਰੇ ਕੋਲੋਂ ਮਸਾਲੇ ਚੁੱਕ ਲਓ। ਹਾਂਜੀ ਨਾ ਚੁੱਕੇ। ਹਾਂ ਫੇਰ ਆਵਾਜ਼ ਮਾਰੀ, ਮੈਂ ਕਿਹਾ ਪੁੱਤ ਮਸਾਲੇ ਚੁੱਕ ਲਓ। ਫੇਰ ਨਹੀਂ ਚੁੱਕੇ। ਦਿਨ ਚੜਿਆ ਤੇ ਮੈਨੂੰ ਕੁੱਟਣ ਲੱਗ ਪਏ। ਭਲਾ ਕਿਉਂ? ਉਹ ਮੈਂ ਕਿਤੇ ਕਸਟਰਡ ਨੀਂਦ 'ਚ ਸਾਂ, ਕਸਟਰਡ 'ਚ ਮਸਾਲਾ ਪਾਤਾ। ਕਿਹੜਾ ਮਸਾਲਾ ਇੱਕੋ ਹੀ ਹੁੰਦਾ, ਗਰਮ ਮਸਾਲਾ ਹੋ ਗਿਆ, ਠੰਡਾ ਤੱਤਾ ਮਸਾਲਾ ਹੁੰਦਾ। ਠੀਕ ਹੈ। ਉਹਨੇ ਪਹਿਲੀ ਬੁਰਕੀ ਲਾਈ ਮਿੱਠੀ, ਦੂਜੀ ਲਾਈ ਤੇ ਮਿੱਠੀ ਲੂਣੀ। ਠੀਕ ਹੈ। ਉਹ ਘਰ ਵਾਲਾ ਮੇਰੇ ਗਲ ਪੈ ਗਿਆ। ਠੀਕ ਹੈ। ਇਹ ਵਾਧੇ ਘਾਟੇ ਹੁੰਦੇ ਆ ਜੀ ਜ਼ਿੰਦਗੀ 'ਚ। ਇਸ ਲਈ ਉਹਨਾਂ ਨੇ ਤੁਹਾਨੂੰ ਚੰਗੀ ਤਰ੍ਹਾਂ ਗਰਮ ਕੀਤਾ ਫਿਰ? ਆ ਮੈਂ ਨਾ ਮੈਨੂੰ ਗਰਮ ਕੀਤਾ। ਇੱਕ ਮੈਨੂੰ ਬੰਦੇ ਨੇ ਬਹਾਇਆ ਆਰਡਰ ਲਿਖਵਾਉਣ ਵਾਸਤੇ। ਹਾਂਜੀ ਉਹ ਮੈਂ ਚੀਜ਼ਾਂ ਸਹੀ ਲਿਖਵਾਈਆਂ ਤਾਂ ਉਹ ਗੁੱਸੇ 'ਚ ਆ ਗਿਆ। ਕਿਉਂ? ਕਹਿੰਦਾ ਭਾਜੀ ਖੀਰ ਪਕਾਉਣੀ ਆ। ਹਾਂਜੀ ਮੈਂ ਕਿਹਾ 100 ਛਾਪਰ ਲਿਖੋ। ਹਾਂਜੀ ਕਹਿੰਦਾ ਮੁੰਡੇ ਦੇ ਵਲੀਮੇ 'ਚ ਛਾਪਰ ਕੀ ਕਰਨੀ? ਹਾਂ ਹਾਂ। ਮੈਂ ਕਿਹਾ ਵੀਰੇ ਚੀਜ਼ਾਂ ਵੱਧ ਜਾਣੀਆਂ, ਉਹ ਆਪਾਂ ਛਾਪਰਾਂ 'ਚ ਪਾ ਕੇ ਤੇ ਕੰਧ ਤੇ ਟੰਗ ਦਿਆਂਗੇ। ਇਹ ਕੰਨ ਤੇ ਟੰਗਣ ਦਾ ਕੀ ਮਤਲਬ? ਇਹ ਹੁੰਦੀ ਹੈ ਆਪਣਾ ਖਰਚਾ ਨਹੀਂ ਹੁੰਦਾ ਬਹੁਤਾ। ਮੈਨੂੰ ਕਹਿਣ ਲੱਗਾ ਜੀ ਤੁਸੀਂ ਪਾਲਕ ਪਕਾਉਣੀ ਆ। ਅੱਛਾ ਮੈਂ ਕਿਹਾ 100 ਰੁਪਏ ਦੇ ਕਿੱਲ ਲਿਖੋ। ਅੱਛਾ ਕਹਿੰਦਾ ਕਿੱਲ ਹੁਣ ਕੀ ਕਰਨੇ? ਮੈਂ ਕਿਹਾ ਛਾਪਰ ਕਿੱਲ ਠੋਕ ਕੇ ਟੰਗਣੇ ਨੇ, ਹੋਰ ਕਿੱਦਾਂ ਟੰਗਣੇ? ਇਹ ਨਾਈ ਘੱਟ ਤੇ ਕਿਲ ਠੋਕਣ ਠਿਕਾਣ ਵਾਲਾ ਕੰਮ ਬਹੁਤਾ ਲੱਗਣ ਡਿਆ। ਇਹ ਸਰਫਾ ਹੁੰਦਾ। ਅੱਛਾ ਇੱਕ ਬੰਦਾ ਮੈਨੂੰ ਕਹਿੰਦਾ ਜੀ ਮੰਜੀਆਂ ਕਿੰਨੀਆਂ ਲਿਆਈਏ? ਮੈਂ ਕਿਹਾ 2 ਲੈ ਆਓ। ਅੱਛਾ ਕਹਿੰਦਾ ਉਹ ਕੀ ਕਰਨੀ ਆ? ਮੈਂ ਕਿਹਾ ਇੱਕ ਤੇ ਮੈਂ ਲੱਕ ਸਿੱਧਾ ਕਰਾਂਗਾ, ਇੱਕ ਤੇ ਚੌਲ ਭਿਓਵਾਂਗੇ। ਇਹ ਆਪਣਾ ਫਾਇਦਾ ਵੀ ਤਾਂ ਸੋਚਣਾ ਹੀ ਆ ਨਾ ਵਿੱਚ। ਹਾਂਜੀ ਹਾਂਜੀ ਬਿਲਕੁਲ। ਤਾਂ ਘਰ ਵਾਲੇ ਆਪ ਧਿਆਨ ਪਹਿਲੇ ਕਰਦੇ ਨਹੀਂ। ਹਾਂ ਇੱਕ ਬੰਦਾ ਕਹਿੰਦਾ ਮੇਰੇ ਮੁੰਡੇ ਦਾ ਵਲੀਮਾ ਪਕਾਉਣਾ। ਅੱਛਾ ਮੈਂ ਕਿਹਾ ਪੁੱਤਰ 2 ਜੋੜੇ ਨਾ ਜੌਗਰਾਂ ਦੇ ਲਿਖ ਲਾ। ਹੈ ਉਹ ਕਹਿੰਦਾ ਵਲੀਮੇ 'ਚ ਜੌਗਰਾਂ ਦਾ ਕੀ ਕੰਮ ਆ? ਹਾਂ ਮੈਂ ਕਿਹਾ ਮੈਂ ਜੋ ਦੇਗ ਪਕਾਉਣ ਡਿਆ ਹੋਵਾਂ, ਹਾਂ ਇੱਕ ਜੌਗਰ ਸੜ ਜਾਏ, ਅੱਛਾ ਤੂੰ ਸ਼ਹਿਰੋਂ ਲੈਣ ਜਾਵੇਂ ਲੇਟ ਹੋ ਜਾਏ, ਮੈਂ ਦੂਜਾ ਪਾ ਕੇ ਕੰਮ ਕਰਨ ਲੱਗ ਪਾਂਗਾ। ਸਮਝਦੇ ਹੋ? ਨਹੀਂ 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 ਇਹ ਸਮਝ ਨਹੀਂ ਆ ਰਹੀ। ਤੁਹਾਨੂੰ ਜੋਗਰ ਕਿਉਂ ਨਹੀਂ ਸਮਝ ਆਉਂਦੀ? ਜਿਵੇਂ ਸੰਗੇ ਮਰਮਰ ਦਾ ਗੋਗਲੂ ਨਹੀਂ ਹੁੰਦਾ। ਤੁਸੀਂ ਕੀ ਦੌੜਾ ਲਾਣੀਆਂ ਸੀ ਜਿਹੜਾ ਤੁਸੀਂ ਜੋਗਰ ਮੰਗੇ ਉਹਨਾਂ ਕੋਲੋਂ? ਕਾਕੀ ਮੇਰੀ ਗੱਲ ਸੁਣ, ਕਿੱਦਾਂ ਦਾ ਮੂੰਹ, ਜਿੱਦਾਂ ਬੋਸਕੀ ਦਾ ਰੁਮਾਲ ਨਹੀਂ ਹੁੰਦਾ। ਤੇਰੇ ਵਰਗੀ ਕੁੜੀ ਲੱਗੀ ਹੋਵੇ ਨਾ ਦਫ਼ਤਰ ਤੇ ਸਾਰੇ ਮੁੰਡੇ 6 ਵਜੇ ਤਿਆਰ ਹੋਣ ਲੱਗ ਪੈਂਦੇ, ਉਹ ਆ ਗਈ ਹੋਣੀ ਜੀ। ਠੀਕ ਹੈ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਨੂੰ ਕੁੱਟ ਕਿਉਂ ਪਈ? ਕੁੱਟ ਮਿਸਟੇਕਾਂ ਹੋ ਜਾਂਦੀਆਂ ਜ਼ਿੰਦਗੀ 'ਚ। ਅੱਛਾ ਤੁਹਾਡੇ ਕੋਲੋਂ ਜਾਂ ਉਹਨਾਂ ਕੋਲੋਂ? ਕੁਝ ਉਹਨਾਂ ਕੋਲ ਹੋ ਗਈ, ਕੋਈ ਸਾਡੇ ਕੋਲ ਹੋ ਗਈ। ਅੱਛਾ ਵਾਧੇ ਘਾਟੇ ਤਾਂ ਫਿਰ ਦੁਨੀਆ ਦੇ ਬਣੇ ਹੀ ਆ ਨਾ ਜੀ। ਹਾਂਜੀ ਹਾਂਜੀ ਤੁਹਾਡੇ ਸਮਝੇ? ਕੋਲੋਂ ਕੀ ਹੋਈ? ਵੀ ਮੇਰੇ ਕੋਲ ਇਹ ਮਿਸਟੇਕ ਹੋਈ ਕਿ ਮੰਜੀਆਂ 2 ਮੰਗਾ ਲੀਆਂ। ਅੱਛਾ ਤੁਹਾਡੇ ਘਰ ਕਦੀ ਨਾਈ ਆਇਆ? ਨਹੀਂ ਖੈਰ ਆ, ਤੁਹਾਡੇ ਘਰ ਜਿਹੜਾ ਰੰਗ ਕਰਦਾ ਉਹ ਹਾਂਡੀ ਪਕਾਉਂਦਾ। ਨਹੀਂ ਨਹੀਂ ਸੋਚ ਲਈ ਕਿ ਹੁਣ ਮੰਗਾਈਏ ਵੀ ਨਾ। ਤੁਹਾਡੀ ਸ਼ਾਦੀ ਹੋਈ ਹੈ? ਨਹੀਂ ਜਿੱਡਾ ਤੇਰਾ ਕੱਦ ਆ, ਤੇਰੀ ਸ਼ਾਦੀ ਤੇ ਬਹੁਤ ਦਿਨ ਪਹਿਲੇ ਹੋ ਜਾਣੀ ਚਾਹੀਦੀ ਸੀ। ਅੱਛਾ ਜਿੱਡਾ ਤੇਰਾ ਕੱਦ ਆ, ਤੇਰੇ ਵਰਗੀ ਕੁੜੀ ਤਾਂ ਚੱਲਦੇ ਜਹਾਜ਼ ਨੂੰ ਕਹਿੰਦੀ ਤੂੰ ਤਾਂ ਦੁਬਈ ਜਾਣਾ ਹੈ। ਜਿੱਡਾ ਤੇਰਾ ਕੱਦ ਆ, ਤੇਰੇ ਹੱਥੋਂ ਤਾਂ ਬੱਚਾ ਡਿੱਗ ਕੇ ਫੌਤ ਹੋ ਜੇ।
ਕਮਲੀ ਤੇਰੇ ਵਰਗੀ ਕੁੜੀ ਨੂੰ ਤੇ ਔਰਤਾਂ ਕਹਿੰਦੀਆਂ ਬਾਜੀ ਵੇਖੀ ਉੱਤੇ ਸਿਗਨਲ ਲਾਉਣ ਡੇ ਤੇਰੇ ਵਰਗੀ ਕੁੜੀ ਤਾਂ ਲੰਘਦੀ ਨਾਲ ਦੇ ਘਰ ਕਹਿੰਦੀ ਕੀ ਪਕਾਉਣ ਡੇ ਉਹ ਹੈਨਾ ਆਪਣਾ ਅੱਜ ਕੱਲ ਜੋ ਆਨਲਾਈਨ ਤੋਂ ਕੰਮ ਚੱਲ ਰਹੇ ਆ ਜੀ ਜੀ ਸਾਡਾ ਦੌਰ ਹੁੰਦਾ ਸੀ ਘਰਾਂ 'ਚ ਦੇਗਾ ਪਕੜੀਆਂ ਹਾਂਜੀ 6 ਦਿਨ ਦਾ ਵਿਆਹ ਹੁੰਦਾ ਸੀ ਹੁਣ ਤਾਂ ਸਾਰੀ ਜੰਜ ਸ਼ਾਦੀ ਹਾਲ ਹੁੰਦੀ ਆ 2 ਮਿੰਟ ਉੱਤੇ ਹੋ ਜਾਣ ਅਗਲੇ ਲਾੜਾ ਵੀ ਕੱਢ ਦਿੰਦੇ ਨੇ ਕਿ ਚਲੋ ਵੀਰੇ ਟਾਈਮ ਮੁੱਕ ਗਿਆ ਨਹੀਂ ਚੰਗਾ ਨਾ ਵਕਤ ਦੀ ਪਾਬੰਦੀ ਕਰਨਾ ਸਿਖਾ ਰਹੇ ਨੇ ਇਹ ਕਿਹੜੀ ਵਕਤ ਦੀ ਪਾਬੰਦੀ ਹੈ ਕਿ ਵਿਆਹ 'ਚ ਟੇਸਟ ਹੀ ਕੋਈ ਨਹੀਂ ਰਹਿ ਗਿਆ ਅੱਛਾ ਆ ਪੁਰਾਣੇ ਜ਼ਮਾਨੇ 'ਚ ਅਸੀਂ ਗੰਢਾਂ ਦੇ ਕੇ ਆਉਂਦੇ ਸਾਂ ਜਾ ਕੇ ਬਰੀ ਵਾਲੇ ਬਕਸੇ ਅਸੀਂ ਚੁੱਕੇ ਹੁੰਦੇ ਸੀ ਅੱਛਾ ਹੁਣ ਤਾਂ ਹਰ ਬੰਦੇ ਨੇ ਹੱਥ ਚੁੱਕੀ ਹੈ ਕਿ ਭਾਜੀ ਟਾਈਮ 9 ਵਜੇ ਦਾ ਨਹੀਂ ਇੱਕ ਗੰਡਾ ਦੇ ਕੇ ਆਂਦੇ ਕੀ ਹੁੰਦਾ ਉਹ ਜ਼ਰਾ ਦੱਸੋਗੇ ਐਡੀ ਤੂੰ ਇਸ ਜ਼ਮਾਨੇ ਦੀ ਤੂੰ ਵੀ ਨਹੀਂ ਹੈਗੀ ਐਡੀ ਭੋਲੀਆਂ ਮਾਨੀ ਤੂੰ ਉਸ ਜ਼ਮਾਨੇ ਦੀ ਹੈ ਜਦੋਂ ਚਪੇੜਾਂ ਨਾਲ ਜੰਗਾਂ ਹੁੰਦੀਆਂ ਸੀ ਤੂੰ ਪਹਿਲੀ ਵਾਰੀ ਦੱਸਿਆ ਸੀ ਕਿ ਇੱਥੇ ਲਾਹੌਰ ਬਣੇਗਾ ਕਮਲੀਏ ਤੂੰ ਉਸ ਜ਼ਮਾਨੇ ਦੀ ਹੈ ਜਦੋਂ ਮੁੱਛਾਂ ਦੇ ਵਿੱਚ ਬੰਦਿਆਂ ਨੂੰ ਜਾਲਾ ਵੀ ਆਉਂਦਾ ਹੁੰਦਾ ਸੀ ਐਡੀ ਤੂੰ ਭੋਲੀ ਬਣ ਗਈ ਆ ਇਹ ਟੇਸਟ ਮੁੱਕ ਗਿਆ ਜ਼ਿੰਦਗੀ ਚੋਂ ਅੱਛਾ ਸਵਾਦ ਮੁੱਕ ਗਿਆ ਵਿਆਹ ਸ਼ਾਦੀਆਂ ਹੁੰਦੇ ਸੀ 8-8 10-10 ਦਿਨ ਤੱਕ ਗਿੱਧੇ ਪੈਂਦੇ ਰਹਿੰਦੇ ਸੀ ਰੌਣਕਾਂ ਲੱਗੇ ਭੰਡ ਆ ਗਏ ਖੁਸਰੇ ਆ ਗਏ ਨਹੀਂ ਨੱਜਾ ਭਾਈ ਇਹ ਤੁਹਾਡਾ ਅੱਛਾ ਭਾਈ ਕਹਿਣਾ ਜ਼ਰੂਰੀ ਹੈ ਸਰ ਇਹ ਭਾਈ ਤੂੰ ਅਗਰ ਨਹੀਂ ਕਹੇਂਗੀ ਤੇ ਦਿਲ ਲੱਗਾ ਰਹੇਗਾ ਅੱਛਾ ਠੀਕ ਹੈ ਨਾ ਠੀਕ ਹੈ ਤੁਸੀਂ ਦਿਲ ਨਾ ਲਾਓ ਤੁਸੀਂ ਦੇਖਾਂ ਤੇ ਚਮਚਿਆਂ ਤੇ ਖਾਣੇ ਛਾਣੇ ਲਾਓ ਸਹੀ ਗੱਲ ਆ ਹਾਂਜੀ ਅੱਛਾ ਮੈਂ ਪੁੱਛਣਾ ਚਾਹ ਰਹੀ ਹਾਂ ਕਿ ਤੁਸੀਂ ਖਾਣੇ ਵੱਲ ਕਿਉਂ ਨਹੀਂ ਆ ਰਹੇ ਤੁਸੀਂ 10 ਦਿਨ ਦਾ ਫੰਕਸ਼ਨ ਤੇ ਇਸ ਪਾਸੇ ਕਿਉਂ ਜਾ ਰਹੇ ਹੋ ਵੀ ਖਾਣੇ ਤਾਂ ਸਾਡੇ ਕੋਲ ਪਕਾ ਕੇ ਵੇਖ ਲਓ ਠੀਕ ਹੈ ਸਾਡੇ ਕੋਲੋਂ ਕੋਈ ਕੋਰਮਾ ਪਕਾ ਲਓ ਜ਼ਰਦਾ ਪਕਵਾ ਲਓ ਪਾਲਕ ਬਣਾ ਲਓ ਖਰਾਬ ਪੱਕੇ ਅਸੀਂ ਜ਼ਿੰਮੇਦਾਰ ਆ ਤੁਹਾਡੇ ਠੀਕ ਹੈ ਹੁਣ ਜਿਹੜੀਆਂ ਮੂੰਹ ਜ਼ਬਾਨੀ ਖਿਆਲੀ ਪੁਲਾਓ ਹੁੰਦੇ ਉਹਦੇ ਅਸੀਂ ਦੇਣਦਾਰ ਤੇ ਨਹੀਂ ਨਾ ਹੁਣ ਕੀ ਸਮਝਦੇ ਹੋ ਤੁਸੀਂ ਠੀਕ ਹੈ ਇਹ ਜਿਹੜੀਆਂ ਗੱਲਾਂ ਨੇ ਤੁਹਾਨੂੰ ਦੱਸ ਰਹੇ ਆ ਹੁਣ ਜਿਹੜੇ ਸਾਡੇ ਮਹੱਲੇ ਆ ਉਹਨਾਂ 'ਚ ਸ਼ਾਦੀਆਂ ਹੁੰਦੀਆਂ ਅੱਜ ਵੀ 8-8 ਦਿਨ ਵਿਆਹ ਚੱਲਦਾ ਠੀਕ ਹੈ ਆ ਸ਼ਾਦੀ ਹਾਲਾਂ ਦਾ ਤੇ ਕੰਮ ਹੀ ਆ ਜੀ ਬਸ ਭੱਜੋ ਨੱਸੀ ਪਈ ਹੁੰਦੀ ਆ ਅਕਸਰ ਕਈ ਮੇਰੀਆਂ ਭੈਣਾਂ ਕਿਸੇ ਹੋਰ ਦਾ ਬੱਚਾ ਚੁੱਕ ਕੇ ਬਾਹਰ ਟੁਰ ਪੈਂਦੀਆਂ ਲਾਈਟਾਂ ਹੀ ਬੰਦ ਕਰ ਦਿੰਦੇ ਹੈਨਾ ਸਭ ਤੋਂ ਜਿਹੜਾ ਵਿਚਾਰਾ ਵਿਆਹ 'ਚ ਮਜ਼ਲੂਮ ਕਰੈਕਟਰ ਹੁੰਦਾ ਨਾ ਉਹ ਮੂਵੀ ਵਾਲਾ ਹੁੰਦਾ ਜੀ ਅੱਛਾ ਕਿਵੇਂ ਲੋਕ ਬਿਰਿਆਨੀ ਖਾ ਰਹੇ ਹੁੰਦੇ ਕਹਿੰਦੇ ਬਾਜੀ ਪਲੀਜ਼ ਸਮਾਈਲ ਕੀ ਸਮਝਦੇ ਹੋ ਉਹ ਵਿਚਾਰਾ ਰੋਟੀ ਤੇ ਧਿਆਨ ਲੱਗਾ ਹੁੰਦਾ ਹਾਂ ਖਾ ਨਹੀਂ ਸਕਦਾ ਵਿਚਾਰਾ ਸਿਰਫ ਵੇਖ ਹੀ ਸਕਦਾ ਹੈ ਤੇ ਵਿਆਹ ਹੁੰਦੇ ਨੇ ਸਾਡੇ ਗਰੀਬ ਲੋਕਾਂ 'ਚ ਅੱਛਾ ਇੱਕ ਬਾਬਾ ਐਵੇਂ ਨਾਰਾਜ਼ ਫਿਰਨ ਡਿਆ ਹੁੰਦਾ ਜੇ ਫੈਸਲਾਬਾਦ ਵਾਲੇ ਆਏ ਤੇ ਮੇਰੀ ਜੁੱਤੀ ਆਉਂਦੀ ਜੇ ਤੇ ਜੇ ਆਏ ਝੰਗ ਵਾਲੇ ਦੇ ਪੁੱਤ ਮੈਂ ਸਾਈਕਲ ਵੇਚ ਕੇ ਪਹੁੰਚੂ ਅੱਛਾ ਸਮਝਦੇ ਹੋ ਤੁਸੀਂ? ਹਾਂ ਮਸਲੇ ਬਹੁਤ ਹੈ ਜੀ ਆਪਣਾ ਸੌਖੇ ਲੋਕਾਂ ਦੇ ਜਿਹੜੇ ਵਿਆਹ ਸ਼ਾਦੀਆਂ ਹੁੰਦੇ ਆ ਉਹ ਤਾਂ ਹਿਸਾਬ ਕਿਤਾਬ ਨਹੀਂ ਕਰਦੇ ਸਾਡਿਆਂ ਘਰੇ ਤੇ ਟਗਾ ਗਿਣਿਆ ਜਾਂਦਾ ਤੁਸੀਂ ਮੇਰੇ ਕੋਲ ਆਰਡਰ ਪਕਵਾ ਕੇ ਵੇਖੋ ਗਲਤ ਹੋਵੇ ਤੇ ਮੈਂ ਤੁਹਾਡਾ ਦੇਣਦਾਰ ਆ ਜੀ ਠੀਕ ਤੁਹਾਡੇ ਮੈਂ ਔਨ ਕੈਮਰਾ ਬਹਿ ਕੇ ਗੱਲ ਕਰ ਰਿਹਾ ਠੀਕ ਹੈ ਮੈਂ ਪੁੱਛਣਾ ਚਾਹਨੀ ਹਾਂ ਕਿ ਤੁਹਾਨੂੰ ਇਸ ਤੋਂ ਪਹਿਲੇ ਕਿੰਨੀ ਵਾਰੀ ਕਟਾਈ ਚੜੀ ਹੈ ਕੀ ਚੜੀ ਹੈ ਕਟਾਪਾ ਚੰਗੀ ਭਲੀ ਪੜੀ ਜੇ ਨਿਕਲਿਆ ਨਾ ਕੱਚਾ ਸਾਂਦਾ ਬਾਹਰ ਕਟਾਈ ਚੜੀ ਹੈ ਕਿੰਨੀ ਉਰਦੂ ਬੋਲ ਰਹੀ ਆ ਉਦੋਂ ਵੇਖੋ ਜਦੋਂ ਰਕਸ਼ੇ ਨਾਲ ਪੈਸੇ ਮੰਗਾਉਂਦੀ ਹੈ ਇੱਕ ਬਾਲਟਨ ਜਾਣਾ ਕਹਿੰਦਾ 700 ਹਾਏ ਹਜੇ ਹੁਣੇ ਤੇ 350 ਦੇ ਕੇ ਆਈ ਹੈ ਆਦਾ 700 ਹੈਨਾ ਇਹੋ ਜੀ ਕੁੜੀ ਮੂੰਹ ਧੋਲੇ ਤੇ ਆਪਣਾ ਖਾਵਣ ਡਰ ਜਾਂਦਾ ਬਾਜੀ ਤੂੰ ਮੇਰੇ ਕਮਰੇ 'ਚ ਮੇਰੀ ਗੱਲ ਸੁਣ ਮੈਂ ਗੱਲ ਕੋ ਗਲਤ ਨਹੀਂ ਕਰਨ ਰਿਹਾ ਚੀਜ਼ਾਂ ਪਕਵਾ ਕੇ ਵੇਖ ਲਓ ਸਾਡੇ ਕੋਲੋਂ ਅੱਛਾ ਮੇਰਾ ਤੇ ਹਾਥੀ ਐਡਾ ਬਰਕਤ ਵਾਲਾ ਮੈਂ ਹਲੀਮ ਪਕਾਵਾਂ ਵਿੱਚੋਂ ਮੁਰੱਬਾ ਨਿਕਲ ਆਉਂਦਾ ਮੈਂ ਦੇਖ ਧੋਂਦਾ ਹੀ ਨਹੀਂ ਅੱਛਾ ਸਮਝਦੇ ਠੀਕ ਹੈ ਫਿਰ ਬੰਦ ਹੈ ਨਿਕਲਣਾ ਹਾਂ ਅੱਛਾ ਤੂੰ ਸਾਰੀਆਂ ਗੱਲਾਂ ਮੈਨੂੰ ਹੀ ਪੁੱਛ ਨਹੀਂ ਤੂੰ ਹਲਕੀ ਜੀ ਗੱਜਣੀ ਤਾਂ ਨਹੀਂ ਹੈ ਨਹੀਂ ਤੁਹਾਨੂੰ ਸਟੂਡੀਓ 'ਚ ਬੁਲਾਇਆ ਹੈ ਤੇ ਤੁਹਾਡੇ ਕੋਲ ਹੀ ਪੁੱਛਾਂਗੇ ਨਾ ਤੁਹਾਡਾ ਪੇਸ਼ਾ ਹੈ ਸਹੀ ਗੱਲ ਆ ਹਾਂਜੀ ਕੱਦ ਹੀ ਐਡਾ ਵੱਡਾ ਬਾਹਰ ਤੁਰੀ ਜਾ ਰਹੀ ਤੇ ਇੱਕ ਬੰਦਾ ਸੜਕ ਤੇ ਕੋਈ ਚੀਜ਼ਾਂ ਲਾ ਕੇ ਬੈਠਾ ਕਹਿੰਦੀ ਭਾਈਜਾਨ ਖਰਬੂਜ਼ੇ ਕੈਸੇ ਉਹ ਚੁੱਪ ਆ ਫਿਰ ਕਹਿੰਦੀ ਭਾਈਜਾਨ ਖਰਬੂਜ਼ੇ ਕੈਸੇ ਉਹ ਫਿਰ ਚੁੱਪ ਆ ਕਹਿੰਦੀ ਵੇ ਵੀਰ ਮੈਂ ਤੈਨੂੰ ਪੁੱਛਣ ਨਹੀਂ ਖਰਬੂਜ਼ੇ ਕਿੱਦਾਂ ਕਹਿੰਦਾ ਬਾਜੀ ਤੇਰਾ ਕੱਦ ਬਹੁਤ ਵੱਡਾ ਹੈ ਨਿੰਬੂ ਨੇ ਤੈਨੂੰ ਦੂਰੋਂ ਖਰਬੂਜ਼ੇ ਨਜ਼ਰ ਆ ਰਹੇ ਆ ਹੈਨਾ ਠੀਕ ਹੈ ਤੇ ਅੱਜ ਵੀ ਲੋਕ ਨਾਈ ਦੇ ਪੇਸ਼ੇ 'ਚ ਆਉਣਾ ਚਾਹੁੰਦੇ ਨੇ ਇੱਡਾ ਕੱਦ ਮਹੱਲੇ 'ਚ ਕਿਸੇ ਦਾ ਮਕਾਨ ਬਣਦਾ ਹੋਵੇ ਇਹੋ ਜੀ ਕੁੜੀ ਐਵੇਂ ਵੜ ਕੇ ਛੱਤ ਉੱਚੀ ਰੱਖਣਾ ਮੈਂ ਵੀ ਆਉਣਾ ਹੁੰਦਾ ਹੈਨਾ ਪਹਿਲੀ ਕੁੜੀ ਹੈ ਜਿਹਦੇ ਸਿਰ 'ਚ 19 ਵਾਰੀ ਛੱਤ ਵਾਲਾ ਪੱਖਾ ਵੱਜਿਆ ਕੱਦ ਹੀ ਐਡਾ ਵੱਡਾ ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਨਾਈ ਦਾ ਕੰਮ ਸਿੱਖਿਆ ਕਿਹਦੇ ਕੋਲੋਂ ਇਹ ਦੇਖੋ ਜੀ ਮੇਰਾ ਉਸਤਾਦ ਸੀ ਮੈਂ ਹੁਣ ਗੱਲ ਜੇ ਸੱਚੀ ਤੁਸੀਂ ਪੁੱਛਣ ਲੱਗ ਪਏ ਹੋ ਹਾਂਜੀ ਦੁਨੀਆ ਦਾ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਨਾ ਜੀ ਜੇ ਤੇ ਉਹ ਤੁਸੀਂ ਬੇਉਸਤਾਦੇ ਜੀ ਤਾਂ ਤੁਹਾਡੇ ਕੰਮ 'ਚ ਬਰਕਤ ਨਹੀਂ ਉਹ ਮੇਰਾ ਉਸਤਾਦ ਸੀ ਭਾਈ ਫੱਜਾ ਅੱਛਾ ਸਾਡੀ ਸੀ ਦੁਕਾਨ ਅੱਛਾ ਮੈਂ ਹਲੇ ਗੋਸ਼ਤ ਧੋਣਾ ਸਿੱਖਿਆ ਸੀ ਤੇ ਦੇਗਾ ਮਾਂਜਣੀਆਂ ਸਿੱਖੀਆਂ ਸੀ ਅੱਛਾ ਉਹ ਹੋ ਗਿਆ ਜੀ ਮਰ ਗਿਆ ਅੱਛਾ ਉਹ ਦੁਕਾਨ ਸੰਭਾਲ ਲਈ ਮੈਂ ਅੱਛਾ ਕਿਤੇ ਕੱਚਾ ਬਣਾ ਲਿਆ ਕਿਤੇ ਪੱਕਾ ਬਣਾ ਲਿਆ ਅੱਛਾ ਇਹ ਮੈਂ ਤੈਨੂੰ ਆਪਣਾ ਗੱਲ ਦੱਸ ਦਿਆਂ ਕੁੜੀਏ ਵੀ ਜਿਹੜਾ ਵੀ ਕੰਮ ਤੁਸੀਂ ਬੇਉਸਤਾਦਾ ਕਰੋਗੇ ਨਾ ਹਾਂਜੀ ਉਹ 'ਚ ਬਰਕਤ ਹਰਕਤ ਨਹੀਂ ਹੁੰਦੀ ਠੀਕ ਹੈ ਤੁਸੀਂ ਨਾਈਆਂ ਦਾ ਕੰਮ ਕਰਦੇ ਹੋ ਕੱਪੜੇ ਦਾ ਕਰਦੇ ਹੋ
ਉਸਤਾਦ ਕੋਲੋਂ ਸਿੱਖ ਕੇ ਕਰੋ, ਫੇਰ ਹੀ ਬਰਕਤ ਪਏਗੀ। ਇਹ ਤੁਸੀਂ ਬਰਕਤ ਹਰਕਤ ਦਾ ਜ਼ਿਕਰ ਕੀਤਾ ਹੈ ਤੇ ਮਤਲਬ ਜਿਹੋ ਜਿਹਾ ਕੰਮ ਹਰਕਤਾਂ ਤੁਸੀਂ ਕਰਦੇ ਹੋ ਇਸੇ ਲਈ ਫਿਰ ਇਹੋ ਜਿਹੇ ਬਾਅਦ ਚੋਂ ਤੁਹਾਨੂੰ ਰਿਜ਼ਲਟ ਮਿਲਦੇ ਨੇ। ਰਿਜ਼ਲਟ ਕੀ ਪੜ ਰਿਹਾ ਸੀ ਉੱਥੇ ਜਾਂ ਦੇਖ ਪਕਾ ਰਿਹਾ ਸੀ? ਲੋਕੀ ਫਿਰ ਕੁੱਟਦੇ ਨੇ। ਸਹੀ ਗੱਲ ਹੈ। ਠੀਕ ਹੈ, ਤੇ ਜਦੋਂ ਕੁੱਟਿਆ ਸੀ ਉਹਨਾਂ ਨੇ ਤੁਹਾਨੂੰ, ਅਸੀਂ ਫਿਰ ਟੌਪਿਕ ਤੇ ਆਵਾਂਗੇ, ਜਦੋਂ ਉਹਨਾਂ ਨੇ ਤੁਹਾਨੂੰ ਕੁੱਟਿਆ ਕੁੱਟਣ ਵਾਲੀ ਗੱਲ ਨਿਕਲ ਨਹੀਂ ਸਕਦੀ। ਏਡੀ ਉੱਚੀ ਸਤਾਨੀ, ਬੱਚੇ ਨੂੰ ਕੁੱਟਣਾ ਹੋਵੇ ਪੱਲਿਓ ਪੌੜੀ ਲੈ ਕੇ ਉਹਦੀ, ਬੇਟਾ ਉਤਲੇ ਡੰਡੇ ਪਿਓ ਮੈਨੇ ਥੱਪੜ ਮਾਰਨਾ ਹੈ। ਐਡਾ ਉੱਚਾ ਕੱਦ, क्यों एडा ऊंचा कद वजह? अच्छा ठीक है, ये तो कुदरत की देन है। हाँ नहीं माशाल्लाह कद ਤੁਹਾਡਾ ਪਿਆਰਾ। हाँ जी शुक्रिया। ਮੂੰਹ ਮੱਥੇ ਤੁਸੀਂ ਬਹੁਤ ਲੱਗਦੇ ਹੋ। जी ठीक है। ਮੇਰੇ ਮੱਥੇ ਕਿਉਂ ਨਹੀਂ ਲੱਗਦੇ? ਮੈਂ ਵੀ ਤਾਂ ਉਸੇ ਮਹੱਲੇ 'ਚ ਫਿਰਨਾ। ਇਹੋ ਜੀ ਬੀਵੀ ਹੋਵੇ ਨਾ, ਬੰਦਾ ਘੁੰਡ ਚੁੱਕ ਕੇ ਸਿਗਰਟ ਲਾ ਲੈਂਦਾ, ਉਹ ਸਾਰੀ ਮੇਰੀ ਹੈ। ਐਡਾ ਕੱਦ, ਮੈਂ ਤੇ ਦਿਲ ਨੂੰ ਖੋਹ ਪੈਣ ਲੱਗ ਪਈ ਮੇਰੇ ਸੋਚ ਕੇ। ਨਾਲ ਮਾਨ ਦੇ ਮੈਂ ਹੁਣ ਤੁਹਾਡਾ ਵਾਅਦਾ ਕਰਨਾ ਹੀ, ਤੁਹਾਡੇ ਚੈਨਲ ਤੇ ਬਹਿ ਕੇ ਜੀ ਜੀ ਮੈਂ ਹੁਣ ਇਹ ਕੰਮ ਸਿੱਖੂਗਾ। ਠੀਕ ਹੈ। ਕਿਸੇ ਉਸਤਾਦ ਦਾ ਸ਼ਾਗਿਰਦ ਬਣੂੰਗਾ, ਇਹ ਕੰਮ ਸਿੱਖਾਂਗਾ ਤੇ ਫੇਰ ਕਰਾਂਗਾ। ठीक है, क्योंकि दुनिया का कोई भी काम बगैर उस्ताद तो बगैर उस्ताद तो नहीं होता। बिल्कुल बहुत वधिया गल की तुसी। बिल्कुल इसी तरह ही है नाज़रीन कि कोई भी ऐसा काम है दुनिया का जो बगैर आप सीखे, बगैर उसकी प्रैक्टिस किए आप कभी भी फील्ड में जाकर उस तरह से परफॉर्म नहीं कर सकते। तो ज़रूरी है पहले कि आप सीखें, किसी मुस्तनद बंदे से सीखें, देन उसे प्रैक्टिस में लेकर आएँ और फिर आगे फील्ड में जाकर उसे परफॉर्म करें। इसी पैगाम के साथ अपनी मेज़बान हुस्ना तारिक को इजाज़त दीजिए। कल मिलेंगे किसी नए पैगाम के साथ, किसी नई स्टोरी में। तब तक अल्लाह हाफिज़।